ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ 739 ਅੰਗ ਤੇ ਕਥਾ ਪਹੁੰਚੀ ਹੈ। ਸਰਵਣ ਕਰੀਏ ਜੀ। ਸੋਹੇ ਮਹਲਾ ਪੰਜਵਾ। ਘਰ ਮਹਿ ਠਾਕੁਰ ਨਦਰ ਨਾ ਆਵੇ। ਜੋ ਬਚਨ ਨੌਵੇਂ ਪਾਤਸ਼ਾਹ ਨੇ ਕਹੇ ਨੇ ਉਹੀ ਬਚਨ ਇੱਥੇ ਗੁਰੂ ਅਰਜਨ ਸਾਹਿਬ ਨੇ ਉਹਨਾਂ ਦੇ ਬਚਨ ਨੌਵੇਂ ਪਾਤਸ਼ਾਹ ਨੇ ਵਿਆਖਿਆ ਸਰੂਪ ਕੀਤੇ ਨੇ ਕਿ ਤੇਰੇ ਘਟ ਵਿੱਚ ਹੀ ਪ੍ਰਮਾਤਮਾ ਤੇ ਤੂੰ ਬਾਹਰ ਜੰਗਲ 'ਚ ਲੱਭਦਾ ਫਿਰਦਾ। ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਘਰ ਮਹਿ ਠਾਕੁਰ, ਤੇਰੇ ਇਸ ਸਰੀਰ ਰੂਪੀ ਘਰ ਵਿੱਚ ਉਹ ਠਾਕੁਰ ਹੈ, ਉਹ ਸੁਆਮੀ, ਉਹ ਅਕਾਲ ਪੁਰਖ ਤੇਰੇ ਇਸ ਘਰ ਦੇ ਵਿੱਚ ਵਸਦਾ। ਜੋ ਇਸ ਘਰ ਵਿੱਚ ਹੈ ਉਹ ਤੈਨੂੰ ਦਿਸਦਾ ਨਹੀਂ। ਇੱਕ ਸੱਜਣ ਬਾਹਰ ਸੜਕ ਦੇ ਉੱਤੇ ਕੁਝ ਲੱਭ ਰਿਹਾ ਹੈ। ਕਿਸੇ ਪੁੱਛਿਆ ਕੀ ਲੱਭਦਾ? ਕਹਿੰਦਾ ਮੇਰੀ ਇੱਕ ਸੂਈ ਗੁੰਮ ਹੋ ਗਈ ਸੀ, ਉਹ ਲੱਭ ਰਿਹਾ। ਉਹ ਵੀ ਨਾਲ ਲੱਭਣ ਲੱਗ ਪਿਆ, ਨਹੀਂ ਲੱਭੀ। ਉਹ ਕਹਿੰਦੇ ਡਿੱਗੀ ਕਿੱਥੇ ਸੀ? ਕਹਿੰਦਾ ਘਰ ਵਿੱਚ। ਉਹ ਕਹਿੰਦੇ ਘਰ ਵਿੱਚ ਡਿੱਗੀ ਤੇ ਲੱਭ ਤੂੰ ਸੜਕ ਤੇ ਆ ਕੇ ਰਿਹਾ? ਕਹਿੰਦਾ ਇਹਦਾ ਕਾਰਨ ਹੈ ਵੀ ਘਰ ਵਿੱਚ ਹਨੇਰਾ ਹੈ, ਇੱਥੇ ਬਾਹਰ ਸਟਰੀਟ ਲਾਈਟ ਲੱਗੀ ਹੈ, ਉਹਦੀ ਰੋਸ਼ਨੀ ਵਿੱਚ ਲੱਭ ਰਿਹਾ। ਭਾਵੇਂ ਕਿ ਵਿਅੰਗ ਹੈ ਪਰ ਇਹ ਸੱਚ ਹੈ। ਇਸ ਕਾਇਆ ਰੂਪੀ ਘਰ ਵਿੱਚ ਅੰਧਕਾਰ ਹੋਣ ਕਰਕੇ, ਹਨੇਰਾ ਹੋਣ ਕਰਕੇ ਜੋ ਇਹਦੇ ਵਿੱਚ ਹੈ ਉਹ ਸਾਨੂੰ ਦਿਸਦਾ ਨਹੀਂ, ਲੱਭਦਾ ਨਹੀਂ, ਕਿਉਂਕਿ ਅੰਧਕਾਰ ਹੈ। ਗੁਰੂ ਦੇ ਸ਼ਬਦ ਦਾ ਉਜਾਲਾ ਨਹੀਂ ਕੀਤਾ, ਗੁਰੂ ਦੇ ਸ਼ਬਦ ਦਾ ਦੀਵਾ ਨਹੀਂ ਜਗਾਇਆ ਤੇ ਕਿਵੇਂ ਅੰਦਰੋਂ ਲੱਭੇ? ਤੋ ਪੰਚਮ ਪਾਤਸ਼ਾਹ ਫਰਮਾਉਂਦੇ ਹਨ ਕਿ ਤੇਰੇ ਘਰ ਵਿੱਚ ਸੀ ਠਾਕੁਰ, ਪਰ ਤੈਨੂੰ ਨਜ਼ਰ ਨਹੀਂ ਆਇਆ, ਤੈਨੂੰ ਦਿਸਿਆ ਨਹੀਂ। ਗਲ ਮਹਿ ਪਾਹਣ ਲੈ ਲਟਕਾਵੇ। ਔਰ ਆਪਣੇ ਗਲ ਦੇ ਵਿੱਚ ਪੱਥਰ ਲਟਕਾ ਕੇ ਬਾਹਰ ਭਟਕਦਾ ਫਿਰਦਾ। ਪਾਹਣ ਨਾਮ ਹੁੰਦਾ ਪੱਥਰ ਦਾ। ਗਲ ਦੇ ਵਿੱਚ ਪੱਥਰ ਲਟਕਾ ਕੇ ਤੂੰ ਬਾਹਰ ਭਟਕਦਾ ਫਿਰਦਾ, ਬਾਹਰ ਲੱਭਦਾ ਫਿਰਦਾ। ਜੋ ਘਰ ਵਿੱਚ ਹੈ ਉਹ ਤੈਨੂੰ ਨਹੀਂ ਦਿਸਦਾ। ਭਰਮੇ ਭੂਲਾ ਸਾਕਤ ਫਿਰਤਾ। ਏ ਸਾਕਤਾ, ਤੂੰ ਭਰਮ ਦੇ ਵਿੱਚ ਭੁੱਲਿਆ ਫਿਰਦਾ। ਸਾਕਤ ਐ ਦੁਰਜਨ ਬੰਦੇ, ਤੂੰ ਭਰਮ ਦੇ ਵਿੱਚ ਪਿਆ ਹੋਇਆ, ਭੁਲੇਖੇ ਵਿੱਚ ਪਿਆ ਹੋਇਆ ਭਰਮ ਦਾ ਫਿਰਦਾ ਹੈ। ਨੀਰ ਬਿਰੋਲਾ ਖਪ ਖਪ ਮਰਤਾ। ਔਰ ਨੀਰ ਬਿਰੋਲਾ, ਪਾਣੀ ਰਿੜਕ ਰਿਹਾ, ਯਾਨੀ ਕਿ ਨਿਕੰਮੇ ਕੰਮ ਕਰ ਰਿਹਾ, ਜਿਨ੍ਹਾਂ ਕੰਮਾਂ ਦਾ ਕੋਈ ਮਤਲਬ ਨਹੀਂ, ਖੱਪ ਖੱਪ ਕੇ ਮਰ ਰਿਹਾ। ਪਾਣੀ ਰਿੜਕਿਆ ਥੋੜੀ ਤੈਨੂੰ ਵਿੱਚੋਂ ਘਿਓ ਮਿਲਣਾ, ਤੇਰੀ ਮਿਹਨਤ ਵੀ ਅਜਾਈ, ਸਮਾਂ ਵੀ ਬਰਬਾਦ। ਪਾਤਸ਼ਾਹ ਕਹਿੰਦੇ ਤੂੰ ਕੇਵਲ ਤਾਂ ਕੇਵਲ ਪਾਣੀ ਰਿੜਕ ਰਿਹਾ, ਜਿੱਥੋਂ ਤੈਨੂੰ ਹਾਸਲ ਕੁਝ ਨਹੀਂ ਹੋਣਾ, ਪ੍ਰਾਪਤ ਕੁਝ ਨਹੀਂ ਹੋਣਾ। ਯਾਨੀ ਕਿ ਨਿਕੰਮੇ ਕੰਮ ਕਰ ਰਿਹਾ, ਜਿਨ੍ਹਾਂ ਕੰਮਾਂ ਦੇ ਵਿੱਚ ਕੋਈ ਪ੍ਰਯੋਜਨ ਨਹੀਂ, ਜਿਨ੍ਹਾਂ ਕੰਮਾਂ ਪਿੱਛੇ ਕੋਈ ਸਿਧਾਂਤ ਨਹੀਂ, ਉਹ ਕਰਮਾਂ ਦੇ ਵਿੱਚ ਤੂੰ ਲੱਗਾ ਹੋਇਆ। ਅੱਗੇ ਦੱਸਦੇ ਹਨ ਰਹਾਉ ਜਿਸ ਪਾਹਣ ਕੋ ਠਾਕੁਰ ਕਹਤਾ। ਜਿਸ ਪੱਥਰ ਨੂੰ ਰੱਬ ਕਹਿਣਾ ਵੀ ਇਹ ਪੱਥਰ ਨਹੀਂ ਜੀ, ਮੇਰਾ ਰੱਬ ਹੈ। ਭਗਤ ਕਬੀਰ ਜੀ ਨੇ ਬੜੇ ਸੋਹਣੇ ਬਚਨ ਕਹੇ ਨੇ। ਪਖਾਣ ਗੜ ਕੈ ਮੂਰਤ ਕੀਨੀ, ਦੇ ਕੈ ਛਾਤੀ ਪਾਉ। ਜੇ ਇਹੋ ਮੂਰਤ ਸਾਚੀ ਹੈ ਤੋ ਘੜਨਹਾਰੈ ਖਾਓ। ਇੱਥੇ ਪੰਚਮ ਪਾਤਸ਼ਾਹ ਕਹਿ ਰਹੇ ਨੇ ਕਿ ਜਿਸ ਪੱਥਰ
ਪੱਥਰ ਨੂੰ ਤੂੰ ਰੱਬ ਕਰਕੇ ਮੰਨੀ ਬੈਠਾ ਵੀ ਇਹ ਰੱਬ ਹੈ। ओहो पाहन लै उसको डुबता। ਕਹਿੰਦੇ ਉਹ ਪੱਥਰ ਆਪ ਤਾਂ ਡੁੱਬਦਾ ਹੀ ਹੈ, ਜਿਹੜਾ ਉਹਨੂੰ ਰੱਬ ਕਹਿ ਕੇ ਆਪਣੇ ਗਲ ਨਾਲ ਬੰਨੀ ਫਿਰਦਾ ਉਹਨੂੰ ਵੀ ਨਾਲ ਲੈ ਕੇ ਡੁੱਬ ਜਾਂਦਾ। ਪਾਹਣ ਆਪ ਡੁੱਬਦਾ, ਪਰ ਜਿਸ ਨੂੰ ਗਲ ਨਾਲ ਬੰਨੀ ਫਿਰਦਾ, ਜਿਹਨੇ ਬੰਨਿਆ ਹੋਇਆ ਗਲ ਨਾਲ, ਉਹ ਉਹਨੂੰ ਵੀ ਲੈ ਕੇ ਡੁੱਬ ਜਾਂਦਾ ਹੈ। ਗੁਨਹਗਾਰ ਲੂਣ ਹਰਾਮੀ। ਉਹ ਗੁਨਹਗਾਰ ਬੰਦੇ, ਲੂਣ ਹਰਾਮੀ, ਨਿਰੰਕਾਰ ਪਰਮੇਸ਼ਰ ਦਾ ਖਾ ਕੇ ਤੂੰ ਉਹਨੂੰ ਪੱਥਰ ਵਿੱਚ ਪੱਥਰ ਸਮਝੀ ਬੈਠਾ। ਕਲਗੀਆਂ ਵਾਲੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਚੌਪਈ ਸਾਹਿਬ ਦੀ ਪਾਵਨ ਅੰਮ੍ਰਿਤ ਬਾਣੀ ਚ ਤੁਸੀਂ ਰੋਜ਼ ਪੜ੍ਹਦੇ ਸੁਣਦੇ, ਜਿੱਥੇ ਮਹਾਰਾਜ ਜੀ ਕਹਿੰਦੇ ਹਨ ਕਿ ਪਾਹਨ ਨੂੰ, ਪੱਥਰ ਨੂੰ ਇਹ ਰੱਬ ਕਰੀ ਸਮਝ ਬੈਠਾ ਹੈ ਕਿ ਰੱਬ ਹੈ, ਭਗਵਾਨ ਹੈ, ਤੇ ਜਿਹੜਾ ਰੱਬ ਹੈ ਉਹ ਇਹਦੇ ਹਿਰਦੇ ਚੋਂ ਭੁੱਲਿਆ ਹੋਇਆ, ਜਿਸ ਦਾ ਦਿੱਤਾ ਖਾ ਰਿਹਾ ਹੈ। ਇਸ ਕਰਕੇ ਕਹਿੰਦੇ ਤੂੰ ਗੁਨਾਹਗਾਰ ਹੈ, ਤੂੰ ਲੂਣ ਹਰਾਮੀ ਹੈ। ਪਾਹਣ ਨਾਵ ਨਾ ਪਾਰ ਗਿਰਾਮੀ। ਯਾਦ ਰੱਖੀ, ਪੱਥਰ ਦੀ ਬੇੜੀ ਤੇ ਬਹਿ ਕੇ ਕਦੇ ਕੋਈ ਪਾਰ ਨਹੀਂ ਉਤਰਿਆ। ਪਾਹਣ ਨਾਵ, ਪਾਹਣ ਨਾਮ ਪੱਥਰ ਦਾ, ਨਾਵ ਨਾਮ ਬੇੜੀ ਦਾ, ਕਿਸ਼ਤੀ ਦਾ। ਪੱਥਰ ਦੀ ਕਿਸ਼ਤੀ ਤੇ, ਪੱਥਰ ਦੀ ਬੇੜੀ ਤੇ ਸਵਾਰ ਹੋ ਕੇ ਕੋਈ ਪਾਰ ਨਹੀਂ ਉਤਰਿਆ, ਨਹੀਂ ਜਾ ਸਕਿਆ। ਹਾਂਜੀ। ਗੁਰ ਮਿਲ ਨਾਨਕ ਠਾਕੁਰ ਜਾਤਾ। ਕਹਿਣ ਲੱਗੇ ਜੀ ਫਿਰ ਰੱਬ ਨੂੰ ਕਿਵੇਂ ਜਾਣਿਆ ਜਾਂਦਾ? ਤਾਂ ਪਾਤਸ਼ਾਹ ਕਹਿੰਦੇ ਗੁਰੂ ਨਾਲ ਮਿਲ ਕੇ ਮੈਂ ਆਪਣੇ ਰੱਬ ਨੂੰ, ਠਾਕੁਰ ਨੂੰ ਜਾਣ ਲਿਆ। ਗੁਰੂ ਨਾਲ ਮਿਲ ਕੇ ਮੈਂ ਆਪਣੇ ਰੱਬ ਨੂੰ, ਮੈਂ ਆਪਣੇ ਸੁਆਮੀ ਨੂੰ, ਆਪਣੇ ਠਾਕੁਰ ਨੂੰ ਜਾਣ ਲਿਆ, ਕਿਉਂਕਿ ਨਿਰੰਕਾਰ ਦਾ ਗਿਆਨ ਗੁਰੂ ਬਿਨਾ ਨਹੀਂ ਹੋ ਸਕਦਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਗੁਰ ਮਿਲ ਗਿਆਨ ਨਾ ਹੋਏ, ਗੁਰ ਮਿਲ ਗਿਆਨ ਨਾ ਹੋਏ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਬਿਨਾ ਗਿਆਨ ਨਹੀਂ ਹੋ ਸਕਦਾ। ਇਸ ਕਰਕੇ ਕਹਿੰਦੇ ਅਸੀਂ ਆਪਣੇ ਠਾਕੁਰ ਦਾ ਗਿਆਨ ਆਪਣੇ ਗੁਰੂ ਕੋਲੋਂ ਪ੍ਰਾਪਤ ਕੀਤਾ। ਨਿਰੰਕਾਰ ਦਾ ਗਿਆਨ, ਵਾਹਿਗੁਰੂ ਪਰਮੇਸ਼ਰ ਦੀ ਜਾਣਕਾਰੀ, ਉਸ ਦਾ ਸਾਖਸ਼ਾਤਕਾਰ ਅਸੀਂ ਆਪਣੇ ਗੁਰੂ ਨਾਲ ਮਿਲ ਕੇ ਪ੍ਰਾਪਤ ਕੀਤਾ ਹੈ। ਜਲ ਥਲ ਮਹੀਲ ਪੂਰਨ ਵਿਦਾਤਾ। ਫਿਰ ਅਸੀਂ ਵੇਖਿਆ ਵੀ ਉਹ ਕੱਲਾ ਤੁਸੀਂ ਪਾਹਨ ਵਿੱਚ ਹੀ ਜਿਸ ਨੂੰ ਮੰਨੀ ਬੈਠੇ ਹੋ, ਉਹ ਤਾਂ ਜਲਾਂ ਵਿੱਚ, ਥਲਾਂ ਵਿੱਚ, ਧਰਤੀ, ਆਕਾਸ਼ ਸਾਰਿਆਂ ਵਿੱਚ ਵਿਆਪਕ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਉਹ ਤਾਂ ਸਰਬ ਥਾਈ ਹੈ। ਤੁਸੀਂ ਜਿਸ ਨੂੰ ਪਾਹਨ ਕਰਕੇ, ਠਾਕੁਰ ਕਰਕੇ, ਜਿਸ ਪਾਹਨ ਨੂੰ ਠਾਕੁਰ ਸਮਝੀ ਬੈਠੇ ਸੀ, ਉਹ ਤਾਂ ਸਰਬ ਥਾਈ ਹੈ। ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ। ਇਹ ਤਾਂ ਤੁਹਾਡੀ ਮੂਰਖਤਾ ਹੀ ਸੀ, ਕਲਗੀਧਰ ਪਾਤਸ਼ਾਹ ਵੀ ਕਹਿੰਦੇ। ਉਹ ਤਾਂ ਸਰਬ ਥਾਈ ਵਿਆਪਕ ਹੈ। ਉਸ ਨੂੰ ਅਸੀਂ ਜ਼ਰਰੇ ਜ਼ਰਰੇ ਵਿੱਚ ਪੂਰਨ ਹੋਇਆ ਜਾਣਿਆ। ਸੋਹੇ ਮਹੱਲਾ ਪੰਜਵਾ। ਹੁਣ ਜਗਿਆਸੂ ਉਹਨਾਂ ਇਸਤਰੀਆਂ ਨੂੰ ਬੇਨਤੀ ਕਰ ਰਹੀ ਹੈ, ਜਗਿਆਸੂ ਜੀਵ ਰੂਪੀ ਇਸਤਰੀ, ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਰੱਬ ਨੂੰ ਮਿਲ ਗਈਆਂ ਨੇ, ਜਾਂ ਏਦਾਂ ਕਹਿ ਲਈਏ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਨੂੰ ਬੇਨਤੀ ਹੋ ਰਹੀ ਹੈ।
ਉਹ ਬੇਨਤੀ ਅਸੀਂ ਕਿਵੇਂ ਉਹਨਾਂ ਪਾਸ ਕਰਨੀ ਹੈ, ਉਹ ਦੱਸਦੇ ਹਨ। ਲਾਲਨ ਰਾਵਿਆ ਕਵਣ ਗਤੀ ਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ, ਕਹਿੰਦੇ ਪੁੱਛਦੇ ਹਾਂ ਅਸੀਂ ਉਹਨਾਂ ਸਖੀਆਂ ਨੂੰ ਜਿਹੜੀਆਂ ਰੱਬ ਨੂੰ ਮਿਲੀਆਂ ਹੋਈਆਂ, ਐ ਭੈਣੇ ਐ ਸਖੀ ਦੱਸ ਤੁਸੀਂ ਕਿਵੇਂ ਉਸ ਲਾਲਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰਾਵਿਆ ਹੈ, ਉਹਦੀ ਅਭੇਦਤਾ ਦਾ ਸੁੱਖ ਤੁਸੀਂ ਕਿਵੇਂ ਮਾਣਿਆ, ਕਿਵੇਂ ਉਹਦੇ ਵਿੱਚ ਤੁਸੀਂ ਇੱਕਮਿਕ ਹੋਈਆਂ ਹੋ, ਕਿਵੇਂ ਤੁਹਾਨੂੰ ਉਸ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਤੁਸੀਂ ਐਸਾ ਕੀ ਕੀਤਾ, ਤੁਸੀਂ ਇਹੋ ਜਿਹਾ ਕੀ ਰੂਪ ਬਣਾਇਆ। ਅੱਗੇ ਸਾਰੇ ਬਚਨ ਆਉਂਦੇ ਨੇ। ਹਾਂਜੀ। ਸਖੀ ਬਤਾਵੋ ਮੁਝ ਹੈ ਮਤੀ ਰੇ। ਐ ਮੇਰੀਓ ਭੈਣੋ ਸਖੀਓ, ਮੈਨੂੰ ਵੀ ਉਹ ਮਤ ਦਿਓ ਜਿਸ ਮਤ ਨਾਲ ਤੁਸੀਂ ਰੱਬ ਦੀ ਪ੍ਰਾਪਤੀ ਕੀਤੀ ਹੈ, ਮੈਨੂੰ ਵੀ ਅਕਲ ਦੇ ਦਿਓ। ਸਖੀ ਬਤਾਵੋ ਮੁਝ ਹੈ ਮਤੀਰੀ, ਮਤੀ ਰੀ, ਮੈਨੂੰ ਵੀ ਇਹੋ ਜੀ ਮਤ ਦੇ ਦਿਓ ਨੀ ਜਿਸ ਮਤ ਨੂੰ ਪ੍ਰਾਪਤ ਕਰਕੇ ਤੁਸੀਂ ਉਸ ਵਾਹਿਗੁਰੂ ਨੂੰ ਪ੍ਰਾਪਤ ਕੀਤਾ। ਉਹ ਮਤ ਐ ਸਖੀਓ ਮੈਨੂੰ ਵੀ ਦਿਓ। ਸੋਹਵ ਸੋਹਵ ਸੋਹਵੇ। ਆਹਾ, ਕਹਿੰਦੇ ਕੈਸਾ ਸੋਹਣਾ ਰੂਪ ਹੈ ਤੇਰੇ ਚਿਹਰੇ ਤੇ, ਕਿਵੇਂ ਲਾਲੀ ਦਗ ਦਗ ਕਰਦੀ ਹੈ ਸਖੀਏ, ਤੇਰੇ ਸਰੂਪ ਦੇ ਉੱਤੇ ਕੈਸਾ ਸੁਹੱਪਣ ਚੜਿਆ ਹੋਇਆ। ਇਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦਾ ਕੈਸਾ ਸੋਹਣਾ ਰੰਗ ਉਹ ਤੇਰੇ ਚਿਹਰੇ ਤੇ ਦਿਸਦਾ। ਆਪਣੇ ਪ੍ਰੀਤਮ ਕੈ ਰੰਗ ਰਤੇ। ਤੂੰ ਆਪਣੇ ਪਿਆਰੇ ਪ੍ਰੀਤਮ ਦੇ ਪ੍ਰੇਮ ਦੇ ਰੰਗ ਵਿੱਚ ਰਤੀ ਹੋਈ ਹੈ। ਤੂੰ ਆਪਣੇ ਉਸ ਪਿਆਰੇ ਪ੍ਰੀਤਮ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀ ਹੋਈ ਹੈ। ਰਹਾਉ ਪਾਵ ਮਲੋਵੋ ਸੰਗ ਨੈਣ ਪਤੀਰੇ। ਕਹਿੰਦੇ ਮੈਂ ਆਪਣੀਆਂ ਅੱਖਾਂ ਦੀਆਂ ਜਿਹੜੀਆਂ ਚਿੰਮੀਆਂ ਨੇ ਨਾ, ਅੱਖਾਂ ਦੀਆਂ ਇਹ ਜਿਹੜੀਆਂ ਚਿੰਮੀਆਂ ਨੇ, ਕਹਿੰਦੇ ਇਹਨਾਂ ਨਾਲ ਮੈਂ ਤੁਹਾਡੇ ਚਰਨਾਂ ਨੂੰ ਚਸਾਂ। ਆ ਜਿਹੜੀ ਕਾਲੀ ਜੀ ਪੁਤਲੀ ਹੁੰਦੀ ਇਹਨੂੰ ਪਤੀਰੀ ਕਿਹਾ ਇੱਥੇ ਅੱਖ ਦੇ ਵਿੱਚ। ਕਹਿੰਦੇ ਇਹਨਾਂ ਨਾਲ ਮੈਂ ਤੁਹਾਡੇ ਚਰਨਾਂ ਨੂੰ ਮਲੋਵਾਂ, ਚਸਾਂ। ਤੁਸੀਂ ਮੈਨੂੰ ਦੱਸੋ ਕਿ ਇਹੋ ਜੀ ਕਿਹੜੀ ਮਤ ਤੁਸੀਂ ਧਾਰਨ ਕੀਤੀ ਕਿ ਤੁਹਾਨੂੰ ਨਿਰੰਕਾਰ ਮਿਲਿਆ। ਮੈਂ ਆਪਣੇ ਨੇਤਰਾਂ ਦੀ ਇਸ ਪਤੀਰੀ ਨਾਲ ਤੁਹਾਡੇ ਚਰਨਾਂ ਨੂੰ ਮਲੋਵਾਂ, ਚਸਾਂ। ਇਹਦਾ ਕੀ ਮਤਲਬ ਕਿ ਮੈਂ ਆਪਣੀਆਂ ਅੱਖਾਂ, ਆਪਣੇ ਨੇਤਰ ਤੁਹਾਡੇ ਚਰਨਾਂ ਵਿੱਚ ਹੀ ਰੱਖਾਂ। ਇਹੀ ਮਲੋਵਣਾ ਹੋਇਆ ਨਾ। ਉਦਾਂ ਤਾਂ ਇਹਨਾਂ ਅੱਖਾਂ ਨੂੰ ਕੱਢ ਕੇ ਉਹਨਾਂ ਚਰਨਾਂ ਤੇ ਕਿਵੇਂ ਝਸਾਂਗੇ। ਸਿਧਾਂਤ ਇਹ ਹੈ ਕਿ ਮੈਂ ਆਪਣੇ ਨੇਤਰ ਤੁਹਾਡੇ ਚਰਨਾਂ ਤੋਂ ਪਾਸੇ ਨਾ ਕਰਾਂ। ਬੜੇ ਬੜੇ ਗੁਰਸਿੱਖ ਮਹਾਤਮਾ ਉਹ ਜਦੋਂ ਕਿਸੇ ਸਤਪੁਰਸ਼ ਮਹਾਪੁਰਸ਼ ਦੇ ਪਾਸ ਜਾਂਦੇ, ਕਦੇ ਉਹਨਾਂ ਦੇ ਚਿਹਰੇ ਵੱਲ ਨਿਗਾਹ ਭਰ ਕੇ ਨਹੀਂ ਤੱਕਦੇ। ਉਹਨਾਂ ਨਾਮ ਰਸੀਏ ਮਹਾਪੁਰਸ਼ਾਂ ਗੁਰਸਿੱਖਾਂ ਦੇ ਚਰਨਾਂ ਵਿੱਚ ਹੀ ਆਪਣੀ ਨਿਗਾਹ ਰੱਖਦੇ, ਸਤਿਕਾਰ ਵਜੋਂ, ਭਾਵਨਾ ਵਜੋਂ। ਹਾਂਜੀ। ਜਹਾਂ ਪਠਾਵੋ ਜਾਓ ਤਤੀਰੇ। ਜਿੱਥੇ ਤੁਸੀਂ ਮੈਨੂੰ ਭੇਜੋਗੇ ਮੈਂ ਤਤਰ ਉੱਥੇ ਹੀ ਜਾਵਾਂਗੀ। ਤੁਸੀਂ ਦੱਸੋ ਤਾਂ ਸਹੀ ਮੈਨੂੰ ਸਖੀਓ, ਤੁਸੀਂ ਕਿਵੇਂ ਉਸ ਰੱਬ ਦੀ ਪ੍ਰਾਪਤੀ ਕੀਤੀ, ਕਿਵੇਂ ਉਹਨੂੰ ਰਾਵਿਆ। ਤੁਸੀਂ ਮੈਨੂੰ ਜਿੱਥੇ ਭੇਜੋਗੇ, ਜਹਾਂ ਪਠਾਵੋ ਜਾਓ ਤਤੀਰੀ, ਤਤਰ ਉੱਥੇ ਪਾਸੇ, ਉਸੇ ਜਗ੍ਹਾ ਤੇ ਮੈਂ ਜਾਵਾਂਗੀ। ਤਤੀਰੀ ਦਾ ਤਤਰ, ਜਿੱਥੇ ਭੇਜੋਗੇ ਉੱਥੇ ਹੀ ਜਾਵਾਂਗਾ। ਜਪ ਤਪ ਸੰਜਮ ਦਿਓ ਜਤੇ ਰੇ। ਮੈਂ ਆਪਣੇ ਜਿੰਨੇ ਹੁਣ ਤਾਈਂ ਜਪ ਤਪ ਕੀਤੇ ਨੇ, ਜਿੰਨੇ ਮੇਰੇ ਸੰਜਮ ਨੇ, ਜਿੰਨੀ ਮੇਰੀ ਮਰਿਆਦਾ ਹੈ, ਜਿੰਨੇ ਮੇਰੇ ਚੰਗੇ ਕੰਮ ਨੇ, ਮੈਂ ਸਾਰੇ ਤੁਹਾਨੂੰ ਦਿੰਨਾ। ਐ ਸਖੀ
ਮੈਂ ਆਪਣੇ ਸਾਰੇ ਜਪ ਸਾਰੇ ਤਪ ਹੁਣ ਤਾਈਂ ਦੇ ਰੱਖੇ ਜਿੰਨੇ ਵਰਤ ਨੇਮ ਜੋ ਵੀ ਸੰਜਮ ਸੀ, ਐ ਭੈਣੇ ਮੈਂ ਸਾਰੇ ਕਰਮ ਤੁਹਾਨੂੰ ਦਿੰਨੀ ਆ। ਬਦਲੇ ਚ ਕੀ ਮੰਗਦੇ ਆ? ਆਪਣੇ ਸਾਰੇ ਜਪ ਤਪ, ਆਪਣੇ ਸਾਰੇ ਸੰਜਮ, ਆਪਣੇ ਸਾਰੇ ਸ਼ੁਭ ਕਰਮ, ਯਾਨੀ ਕਿ ਉਹਨਾਂ ਦਾ ਜਿਹੜਾ ਸਾਰਾ ਮਾਣ ਹੈ ਉਹ ਮੈਂ ਛੱਡ ਦਿੰਨੀ ਆ। ਦੇਣ ਦਾ ਮਤਲਬ ਇਹੀ ਹੈ ਨਾ, ਨਹੀਂ ਤਾਂ ਜਿਹਨੇ ਜਿਹੜਾ ਜਪ ਜਿਸ ਨੇ ਕੀਤਾ ਉਸੇ ਦਾ ਹੀ ਰਹਿਣਾ ਨਾ। ਇਹ ਜਪ ਤਪ ਦੇਣ ਦਾ ਮਤਲਬ ਇਹ ਹੈ ਕਿ ਮੈਂ ਇਹਦਾ ਮਾਣ ਛੱਡਦੀ ਆ ਵੀ ਮੈਂ ਕੀਤੇ ਨੇ, ਮੈਂ ਇਹਦਾ ਮਾਣ ਤਿਆਗਦੀ ਹਾਂ ਤੇ ਤੁਹਾਡੇ ਚਰਨਾਂ ਵਿੱਚ ਇਹ ਸਾਰੇ ਜਿੰਨੇ ਜਪ ਤਪ ਨੇ ਮੈਂ ਅਰਪਣ ਕਰਦੀ ਹਾਂ। ਇਕ ਨਿਮਖ ਮਿਲਾਵੋ ਮੋਹੇ ਪ੍ਰਾਨਪਤੀ ਰੇ। ਹੇ ਸਖੀਓ, ਇਹਦੇ ਬਦਲੇ ਚ ਤੁਸੀਂ ਮੈਨੂੰ ਬਸ ਇੱਕ ਨਿਮਖ ਮਾਤਰ ਦਾ ਸਮਾਂ ਮੇਰੇ ਪ੍ਰਾਣਪਤੀ ਵਾਹਿਗੁਰੂ ਨਾਲ ਮੈਨੂੰ ਮਿਲਾ ਦਿਓ। ਬਦਲੇ ਚ ਮੈਂ ਜਿੰਨੇ ਜਪ ਤਪ ਕੀਤੇ ਨੇ ਹੁਣ ਤਾਈਂ, ਜਿੰਨੇ ਸੰਜਮ, ਸਭ ਤੁਹਾਡੇ ਚਰਨਾਂ ਚ ਅਰਪਣ ਕਰਦੀ ਹਾਂ। ਇਹਦੇ ਬਦਲੇ ਵਿੱਚ ਮੈਨੂੰ ਤੁਸੀਂ ਬਸ ਇੱਕ ਨਿਮਖ ਮਾਤਰ ਦਾ ਸਮਾਂ, ਨਿਮਖ ਕਿੰਨਾ ਕੁ ਹੁੰਦਾ, ਬਸ ਇੰਨਾ ਕੁ ਸਮਾਂ ਹੀ ਮੇਰੇ ਪ੍ਰਾਣਪਤੀ ਵਾਹਿਗੁਰੂ ਨਾਲ ਮੈਨੂੰ ਮਿਲਾ ਦਿਓ। ਕੋਈ ਆਖੇ ਵੀ ਨਿਮਖ ਮਾਤਰ ਮਿਲਣ ਨਾਲ ਕੀ ਹੋਵੇਗਾ, ਪਰ ਹਨੇਰਾ ਦੂਰ ਕਰਨ ਲਈ ਰੋਸ਼ਨੀ ਨੂੰ ਜਗਾਉਂਦਿਆਂ ਇੱਕ ਨਿਮਖ ਮਾਤਰ ਦਾ ਹੀ ਸਮਾਂ ਲੱਗਦਾ ਹੈ। ਬਲਬ ਜਗਦਾ ਨਾਲ, ਜਦੋਂ ਉਹ ਨਿਮਖ ਮਾਤਰ ਵੀ ਮਿਲ ਗਿਆ ਫਿਰ ਰੋਸ਼ਨੀ ਹੋ ਗਈ, ਅੰਧਕਾਰ ਦੂਰ ਹੋ ਜਾਣਾ। ਤੇ ਨਾਲੇ ਰੱਬ ਦਾ ਜਿਹੜਾ ਨਿਮਖ ਹੈ ਉਹ ਸਾਡੇ ਕਈ ਯੁੱਗਾਂ ਦੇ ਬਰਾਬਰ ਹੈ। ਪਰਮੇਸ਼ਰ ਦਾ ਇੱਕ ਨਿਮਖ ਸਾਡੇ ਕਈ ਯੁੱਗਾਂ ਦੇ ਤੁਲ ਹੈ। ਤੋ ਕਹਿੰਦੇ ਮੈਂ ਆਪਣੇ ਜਪ ਤਪ ਜਿੰਨੇ ਸੰਜਮ ਵਰਤ ਹੁਣ ਤਾਈਂ ਰੱਖੇ ਨੇ ਤੁਹਾਨੂੰ ਦਿੰਨੀ ਆ, ਬਦਲੇ ਵਿੱਚ ਮੈਨੂੰ ਤੁਸੀਂ ਬਸ ਇੱਕ ਨਿਮਖ ਮਾਤਰ ਮੇਰੇ ਪ੍ਰਾਣਾਪਤੀ ਵਾਹਿਗੁਰੂ ਪ੍ਰਮਾਤਮਾ ਨਾਲ ਮੈਨੂੰ ਮਿਲਾ ਦਿਓ। ਕੋਈ ਜਨ ਹਰਿ ਸਿਉ ਦੇਵੈ ਜੋਰ, 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 ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਬਦਲੇ ਚ ਮੈਂ ਆਪਣੇ ਜਪ ਤਪ ਸਾਰੇ ਸੰਜਮ ਸਾਰੀਆਂ ਰੱਖੀਆਂ ਮਰਿਆਦਾਵਾਂ, ਸਾਰੀਆਂ ਰੱਖੀਆਂ ਹੁਣ ਤਾਂ ਇੱਕ ਦੀਆਂ ਰਹਿਤ ਮਰਿਆਦਾਵਾਂ, ਜੋ ਵੀ ਮੇਰੇ ਕੋਲੋਂ ਚੰਗਾ ਹੋਇਆ ਮੈਂ ਸਭ ਤੁਹਾਨੂੰ ਅਰਪਣ ਕਰਦਾ ਹਾਂ। ਬਦਲੇ ਵਿੱਚ ਮੈਨੂੰ ਇੱਕ ਨਿਮਖ ਮਾਤਰ ਦਾ ਸਮਾਂ ਮੇਰੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮੇਸ਼ਰ ਨਾਲ ਮੈਨੂੰ ਮਿਲਾ ਦਿਓ। ਹਾਂਜੀ। ਮਾਨ ਤਾਣ ਅਹੰ ਬੁੱਧ ਹਤੇ ਰੇ। ਫਿਰ ਉਹ ਅੱਗੋਂ ਦੱਸਦੀਆਂ, ਪੁੱਛਿਆ ਨਾ ਵੀ ਤੁਸੀਂ ਕਿਵੇਂ ਰਾਵਿਆ, ਕਿਵੇਂ ਮਿਲੀਆਂ ਉਸ ਰੱਬ ਨੂੰ? ਉਹ ਕਹਿਣ ਲੱਗੀਆਂ ਵੀ ਸੁਣ ਤੈਨੂੰ ਦੱਸ ਦਿੰਨੇ ਆ, ਜੇ ਤੂੰ ਮਿਲਣਾ ਤਾਂ ਏਦਾਂ ਮਿਲ, ਪਹਿਲਾਂ ਆਪਣੇ ਹਿਰਦੇ ਚੋਂ ਮਾਣ ਛੱਡ, ਮਾਣ ਦਾ ਤਿਆਗ ਕਰ। ਮਾਣ ਤਾਣ, ਜੇ ਥੋੜਾ ਬਹੁਤਾ ਕੋਈ ਤਾਣ ਹੈ ਤੇਰੇ ਕੋਲ ਬਲ ਤੇ ਉਹ ਵੀ ਛੱਡ ਦੇ। ਕਈਆਂ ਕੋਲ ਸ਼ਕਤੀ ਹੁੰਦੀ ਹੈ, ਕੋਈ ਤਾਣ ਹੁੰਦਾ, ਮੇਰੇ ਕੋਲ ਆ ਪਦਵੀ ਹੈ, ਮੇਰੇ ਕੋਲ ਇੰਨਾ ਬਲ ਹੈ, ਕਹਿੰਦੇ ਉਹ ਵੀ ਛੱਡ ਦੇ। ਮਾਣ ਵੀ ਛੱਡ ਦੇ ਤੇ ਤਾਣ ਵੀ ਛੱਡ ਦੇ। ਅਹੰਗ ਬੁੱਧ ਹਤੀਰੀ, ਐਰੀ ਸਖੀ ਆਪਣੇ ਹਿਰਦੇ ਚੋਂ ਜਿਹੜੀ ਹੰਕਾਰ ਵਾਲੀ ਬੁੱਧੀ ਹੈ ਉਹ ਵੀ ਛੱਡ ਦੇ। ਜੇ ਤਾਂ ਮਿਲਣਾ ਨਾ ਉਸ ਰੱਬ ਨੂੰ ਤਾਂ ਆਹ ਕੰਮ ਕਰ, ਮਾਣ ਛੱਡ, ਤਾਣ ਛੱਡ, ਹੰਕਾਰ ਦੀ ਬੁੱਧੀ ਦਾ ਤਿਆਗ ਕਰ ਦੇ। ਜਿਹੜੀ ਅਹੰਗ ਬੁੱਧੀ ਤੂੰ ਆਪਣੇ ਹਿਰਦੇ 'ਚ ਧਾਰਨ ਕਰੀ ਬੈਠੀ ਹੈ, ਇਹ ਛੱਡ ਦੇ, ਨੂੰ ਹੱਥ ਕੇ ਨਾਸ਼ ਕਰ ਦੇ। ਸਾ ਨਾਨਕ ਸੁਹਾਗਵਤੀ ਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਫਿਰ ਉਹੀ ਸੁਹਾਗਵੰਤੀਆਂ ਹੁੰਦੀਆਂ ਨੇ,
ਉਹੀ ਉਸ ਰੱਬ ਰੂਪੀ ਸੁਹਾਗ ਨੂੰ ਹਾਸਲ ਕਰ ਲੈਂਦੀਆਂ, ਪ੍ਰਾਪਤ ਕਰ ਲੈਂਦੀਆਂ ਨੇ, ਜਿਹੜੀਆਂ ਉਪਰੋਕਤ ਦੱਸੀ ਪੰਕਤੀ ਦੇ ਮੁਤਾਬਕ ਚੱਲਦੀਆਂ ਹਨ। ਸੋਹੇ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ, ਤੂੰ ਜੀਵਨ ਤੂੰ ਪ੍ਰਾਨ ਆਧਾਰਾ। ਏ ਵਾਹਿਗੁਰੂ, ਤੂੰ ਸਾਡਾ ਜੀਵਨ ਹੈ, ਤੂੰ ਸਾਡੇ ਪ੍ਰਾਣਾਂ ਦਾ ਆਸਰਾ ਹੈ, ਤੂੰ ਸਾਡੀ ਜਿੰਦ ਹੈ ਵਾਹਿਗੁਰੂ, ਤੂੰ ਸਾਡੇ ਪ੍ਰਾਣ ਹੈ, ਤੂੰ ਸਾਡਾ ਆਧਾਰ ਹੈ। ਤੁਝੇ ਪੇਖ ਪੇਖ ਮਨ ਸਾਧਾਰਾ। ਤੁਹਾਨੂੰ ਵੇਖ ਵੇਖ ਕੇ ਮੇਰੇ ਮਨ ਨੂੰ ਧੀਰਜ ਮਿਲਦਾ ਹੈ, ਤੁਹਾਡੇ ਦਰਸ਼ਨ ਕਰ ਕਰਕੇ ਮੇਰੇ ਇਸ ਹਿਰਦੇ ਨੂੰ, ਮੇਰੇ ਇਸ ਮਨ ਨੂੰ ਧੀਰਜ ਪ੍ਰਾਪਤ ਹੁੰਦਾ ਹੈ। ਤੂੰ ਸਾਜਨ ਤੂੰ ਪ੍ਰੀਤਮ ਮੇਰਾ। ਤੂੰ ਮੇਰਾ ਸੱਜਣ ਹੈ, ਤੂੰ ਮੇਰਾ ਪ੍ਰੀਤਮ ਹੈ। ਪ੍ਰੀਤਮ ਪ੍ਰਿਯਤਮ, ਆਤਮਾ ਤੋਂ ਵੀ ਪਿਆਰਾ ਹੈ। ਚਿਤ ਹੈ ਨਾ ਬਿਸਰਹਿ ਕਾਹੂ ਬੇਰਾ। ਤੂੰ ਮੇਰੇ ਚਿੱਤ ਵਿੱਚੋਂ, ਮੇਰੇ ਹਿਰਦੇ ਵਿੱਚੋਂ ਕਦੇ ਵੀ ਕਿਸੇ ਵੇਲੇ ਵੀ ਨਹੀਂ ਵਿਸਰਦਾ। ਮੇਰੇ ਚਿੱਤ ਵਿੱਚੋਂ ਕਦੇ ਵੀ ਔਰ ਕਿਸੇ ਵੇਲੇ ਵੀ ਨਹੀਂ ਵਿਸਰਦਾ। ਰਹਾਉ ਬੈ ਖਰੀਦ ਹਾਂ ਦਾਸ ਰੋ ਤੇਰਾ। ਏ ਮੇਰੇ ਰੱਬ ਜੀ, ਮੈਂ ਤੁਹਾਡਾ ਮੁੱਲ ਖਰੀਦਿਆ ਦਾਸ ਹਾਂ। ਕਦੇ ਐਸਾ ਸਮਾਂ ਵੀ ਸੀ ਜਦੋਂ ਨੌਕਰ ਵਿਕਦੇ ਸੀ, ਮੰਡੀਆਂ ਲੱਗਦੀਆਂ ਸੀ, ਲੋਕ ਬੋਲੀਆਂ ਲਾ ਕੇ ਨੌਕਰਾਂ ਨੂੰ ਖਰੀਦ ਕੇ ਲਿਆਉਂਦੇ ਸੀ ਤੇ ਕਹਿੰਦੇ ਵਾਹਿਗੁਰੂ, ਮੈਂ ਵੀ ਤੇਰੇ ਦਰ ਘਰ ਦਾ ਮੁੱਲ ਖਰੀਦਿਆ ਨੌਕਰ ਹਾਂ, ਤੁਹਾਡਾ ਦਾਸ। ਬੈ ਖਰੀਦ, ਬੈ ਖਰੀਦ, ਮੁੱਲ ਖਰੀਦਿਆ ਹੋਇਆ ਤੁਹਾਡਾ ਦਾਸ ਹਾਂ। ਹੂੰ ਭਾਰੋ ਠਾਕੁਰ ਗੁਣੀ ਗਹਿਰਾ। ਤੁਸੀਂ ਮੇਰੇ ਭਾਰੋ ਵੱਡੇ ਠਾਕੁਰ ਹੋ। ਭਾਰੋ ਦਾ ਇੱਥੇ ਅਰਥ ਕਰਾਂਗੇ ਵੱਡਾ, ਵੱਡੇ ਠਾਕੁਰ ਹੋ, ਔਰ ਗੁਣਾਂ ਦੇ ਗਹੀਰ ਗਹਿਰੇ ਸਮੁੰਦਰ ਹੋ। ਤੁਹਾਡੇ ਗੁਣਾਂ ਦੀ ਕੋਈ ਥੋ ਨਹੀਂ, ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ, ਕੋਈ ਅੰਦਾਜ਼ਾ ਨਹੀਂ। ਕੋਟ ਦਾਸ ਜਾ ਕੈ ਦਰਬਾਰੇ। ਜਿਸ ਦੇ ਦਰਬਾਰ ਵਿੱਚ ਕੱਲਾ ਮੈਂ ਹੀ ਦਾਸ ਨਹੀਂ, ਮੇਰੇ ਜੇ ਕਰੋੜਾਂ ਨੇ। ਮੇਰੇ ਰੱਬ ਦੇ ਘਰ ਦੇ ਦਾਸ ਕਰੋੜਾਂ ਹੀ ਨੇ। ਅਸੰਖ ਜਪ, ਮਤ ਕਿਸੇ ਮਨ ਚ ਸਵੇਰੇ ਨਿਤਨੇਮ ਕਰਦਿਆਂ ਮਾਣ ਆਵੇ ਮੈਂ ਕਰਦਾ। ਪਤਾ ਨਹੀਂ ਕਿੰਨੇ ਕਿੰਨੇ ਕਰਨ ਵਾਲੇ, ਗਿਣਤੀ ਕ ਨਹੀਂ ਹੈ। ਹੇ ਵਾਹਿਗੁਰੂ, ਕਰੋੜਾਂ ਹੀ ਦਾਸ ਤੇਰੇ ਦਰਬਾਰ ਵਿੱਚ ਹਨ। ਨਿਮਖ ਨਿਮਖ ਵਸੈ ਤਿਨ ਨਾਲੇ। ਨਿਮਖ ਨਿਮਖ ਕਰਕੇ ਉਹਨਾਂ ਦੇ ਨਾਲ ਵਸਦਾ। ਜਿਹੜੇ ਤੇਰੇ ਦਾਸ ਨੇ, ਆਪਣੇ ਉਹਨਾਂ ਦਾਸਾਂ ਦੇ ਨਾਲ ਹੇ ਵਾਹਿਗੁਰੂ ਤੂੰ ਇੱਕ ਇੱਕ ਨਿਮਖ ਕਰਕੇ ਵਸਦਾ ਹੈ। ਨਿਮਖ ਨਿਮਖ ਕਰਕੇ ਉਹਨਾਂ ਤੋਂ ਦੂਰ ਨਹੀਂ ਜਾਂਦਾ। ਹਉ ਕਿਛ ਨਾਹੀ ਸਭ ਕਿਛ ਤੇਰਾ। ਹੇ ਵਾਹਿਗੁਰੂ, ਮੈਂ ਤਾਂ ਹਾਂ ਹੀ ਨਹੀਂ ਕੁਝ, ਮੈਂ ਤਾਂ ਹਾਂ ਹੀ ਨਹੀਂ ਕੁਝ, ਸਭ ਕੁਝ ਤੇਰਾ ਹੈ। ਹਉ ਕਿਛ ਨਾਹੀ ਸਭ ਕਿਛ ਤੇਰਾ। ਇਹੀ ਫਰਕ ਸੀ ਵੇਦਾਂਤੀਆਂ ਦਾ ਤੇ ਗੁਰਬਾਣੀ ਦਾ। ਵੇਦਾਂਤੀ ਕਹਿੰਦੇ ਸੀ ਮੈਂ ਹੀ ਮੈਂ ਹਾਂ, ਅਹੰ ਬ੍ਰਹਮ, ਅਹੰ ਬ੍ਰਹਮ, ਮੈਂ ਰੱਬ ਹਾਂ, ਮੈਂ ਰੱਬ ਹਾਂ। ਪਰ ਗੁਰਬਾਣੀ ਕਹਿੰਦੀ ਹੈ ਨਾ ਵਾਹਿਗੁਰੂ, ਤੂੰ ਹੀ ਤੂੰ ਹੈ, ਮੈਂ ਤਾਂ ਹਾਂ ਹੀ ਨਹੀਂ। ਇਹ ਫਰਕ ਹੈ। ਹਿੰਦੁਸਤਾਨ ਦਾ ਇੱਕ ਸ਼ਾਸਤਰ ਹੈ ਨਾ ਵੇਦਾਂਤ, ਗਿਆਨ ਤਾਂ ਹੈ ਉਸ ਵਿੱਚ, ਪਰ ਉਹ ਖੁਸ਼ਕ ਗਿਆਨ ਸੀ। ਗੁਰਦੇਵ ਨੇ ਵਿੱਚ ਭਗਤੀ ਮਿਲਾ ਦਿੱਤੀ। ਮਹਾਰਾਜ, ਮੈਂ ਹਾਂ ਹੀ ਨਹੀਂ, ਸਭ ਕੁਝ ਤੁਹਾਡਾ ਹੈ, ਸਭ ਕੁਝ ਤੁਹਾਡਾ ਹੈ। ਆਪ ਜੀ ਦਾ ਹੀ ਦਿੱਤਾ ਹੋਇਆ। ਇਹ ਤਨ, ਇਹ ਮਨ, ਇਹ ਧਨ ਸਭ ਤੁਹਾਡਾ ਦਿੱਤਾ ਹੋਇਆ। ਹਾਂਜੀ। ਓਤ ਪੋਤ ਨਾਨਕ ਸੰਗ ਬਸੇਰਾ। ਵਾਹਿਗੁਰੂ ਪਰਮੇਸ਼ਰ ਓਤ ਪੋਤ, ਜਿਵੇਂ ਤਾਣਾ ਪੇਟਾ ਇੱਕ ਦੂਜੇ ਨਾਲ ਮਿਲਿਆ ਹੁੰਦਾ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਏਦਾਂ ਉਹ ਸਾਰਿਆਂ ਦੇ ਸੰਗ, ਸਾਰਿਆਂ ਦੇ ਵਿੱਚ ਵਸਿਆ ਹੋਇਆ, ਤਾਣੇ ਪੇਟੇ ਵਾਂਗੂ ਸਾਰਿਆਂ ਵਿੱਚ ਮਿਲਿਆ ਹੋਇਆ, ਸਾਰਿਆਂ ਵਿੱਚ ਇੱਕਮਿਕ ਹੈ। ਇਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਆਪਣਾ ਆਪ ਸਮਰਪਣ ਹੈ।
ਸਮਰਪਣ ਭਾਵ ਗੁਰਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਦਾਨ ਕੀਤਾ, ਬਖਸ਼ਿਸ਼ ਕੀਤਾ ਕਿ ਸਿੱਖ ਨੇ ਆਪਣਾ ਆਪ ਗੁਰੂ ਚਰਨਾਂ ਵਿੱਚ ਅਰਪਣ ਕਰਨਾ। ਨਮਸਕਾਰ ਕਰਦੇ ਆ, ਮੱਥਾ ਟੇਕਦੇ, ਇਹਦਾ ਮਤਲਬ ਇਹੀ ਹੈ ਮਹਾਰਾਜ ਆਪਣਾ ਆਪ ਤੁਹਾਡੇ ਅੱਗੇ ਸਮਰਪਿਤ ਕਰਦਾ, ਤੁਹਾਡਾ ਹਾਂ, ਤੁਸੀਂ ਰੱਖਣਾ ਹੈ, ਤੁਹਾਡੀ ਸ਼ਰਨ ਚ ਹਾਂ, ਤੁਹਾਡੀ ਪਨਾਹ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਾਣੀ, ਗੁਰਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪਵਿੱਤਰ ਪਾਵਨ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈਆਂ। ਉੱਥੇ ਅੱਜ ਖੰਡੇ ਦੀ ਪੌਲ ਤਿਆਰ ਹੋਣੀ ਹੈ। ਜਿਹੜੇ ਮਾਈ ਭਾਈ ਅੰਮ੍ਰਿਤ ਬਲਾਖੀ ਹਨ ਉਹ ਭਾਈ ਖੰਡੇ ਦੀ ਪੌਲ ਛਕ ਕੇ ਗੁਰੂ ਵਾਲੇ ਬਣੋ। ਦੂਸਰੀ ਬੇਨਤੀ ਹੈ ਕਿ ਨਨਕਾਣਾ ਸਾਹਿਬ ਜੀ ਦੇ ਸਾਕੇ ਦੇ ਦੌਰਾਨ ਜਿਨ੍ਹਾਂ ਗੁਰਮੁਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਦੇ ਸੰਬੰਧ ਵਿੱਚ ਕਿ ਕਿਵੇਂ ਉਸ ਵੇਲੇ ਨਰੈਣੂ ਮੰਤ ਨੇ ਸਿੰਘਾਂ ਤੇ ਗੋਲੀਆਂ ਚਲਵਾ ਕੇ ਉਹਨਾਂ ਨੂੰ ਜਿਉਂਦਿਆਂ ਸਾੜਿਆ ਤੇ ਹੋਰ ਅਨੇਕ ਪ੍ਰਕਾਰ ਦੇ ਤਸ਼ੱਦਦ ਕੀਤੇ। ਉਹ ਦਿਨ ਸਮੁੱਚਾ ਪੰਥ ਮਨਾ ਰਿਹਾ ਹੈ। ਨਨਕਾਣਾ ਸਾਹਿਬ ਦੇ ਉਸ ਸਾਕੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਘੋੜਿਆਂ ਵਾਲਾ ਬਾਬਾ ਅਜਾਪਾਲ ਸਿੰਘ ਜੀ, ਬਾਬਾ ਅਜਾਪਾਲ ਸਿੰਘ ਜੀ ਉਹ ਮਹਾਂਪੁਰਸ਼ ਨੇ ਜਿਨ੍ਹਾਂ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਰਹਿ ਕੇ ਨਗਾਰਾ ਵਜਾਉਣ ਦੀ ਸੇਵਾ ਕੀਤੀ। ਮਹਾਰਾਜ ਦਸਵੇਂ ਪਾਤਸ਼ਾਹ ਦੇ ਨਗਾਰਚੀ ਸਨ। ਔਰ ਜਦੋਂ ਕਲਗੀਧਰ ਜੀ ਸੱਚਖੰਡ ਚਲੇ ਗਏ ਤੇ ਬਾਬਾ ਅਜਾਪਾਲ ਸਿੰਘ ਜੀ ਹਜੂਰ ਸਾਹਿਬ ਤੋਂ ਇੱਥੇ ਪੰਜਾਬ 'ਚ ਨਾਭੇ ਆ ਗਏ। ਝਿੜੀ ਸੀ ਉਹਦੇ ਵਿੱਚ ਆ ਕੇ ਉਹਨਾਂ ਨੇ ਨਿਵਾਸ ਕੀਤਾ ਔਰ ਕਾਫੀ ਸਮਾਂ ਇੱਥੇ ਭਜਨ ਕੀਤਾ। ਪਰ ਉਹ ਅਸਥਾਨ ਕੁਝ ਸਮਾਂ ਗੁਪਤ ਰਿਹਾ। ਭਾਈ ਕਾਹਨ ਸਿੰਘ ਜੀ ਨਾਭਾ ਬੜੇ ਪੰਥ ਦੇ ਮਹਾਨ ਵਿਦਵਾਨ ਹੋਏ। ਉਹਨਾਂ ਦੇ ਪਿਤਾ ਜੀ ਸਨ ਭਾਈ ਨਰੈਣ ਸਿੰਘ ਜੀ। ਉੱਥੇ ਝਿੜੀ ਦੇ ਵਿੱਚੋਂ ਨਗਾਰੇ ਵੱਜਣ ਦੀ ਆਵਾਜ਼ ਆਉਂਦੀ ਸੀ ਆਪਣੇ ਆਪ। ਸ਼ਹੀਦੀ ਪਹਿਰੇ 'ਚ ਨਗਾਰੇ ਵੱਜਦੇ, ਸੰਗਤ ਵਿੱਚ ਵੀ ਪੈ ਸੀ। ਜਦੋਂ ਉੱਥੇ ਜਾ ਕੇ ਵੇਖਿਆ ਤੇ ਵਾਕਈ ਉੱਥੇ ਬਾਬਾ ਅਜਾਪਾਲ ਸਿੰਘ ਜੀ ਦੇ ਨਗਾਰੇ ਪਏ ਹੋਏ, ਉਹਨਾਂ ਦੇ ਸ਼ਸਤਰ। ਤੋ ਅੱਜ ਵੀ ਉਹ ਨਾਭੇ ਗੁਰਦੁਆਰਾ ਘੋੜਿਆਂ ਵਾਲਾ ਨੂੰ ਕਹਿੰਦੇ ਆ ਕਿਉਂਕਿ ਉੱਥੇ ਘੋੜੇ ਚੜ੍ਹਦੇ ਆ ਤੇ ਬਾਬਾ ਜੀ ਦਾ ਉਹ ਤਪੋ ਸਥਾਨ ਹੈ। ਪਰਸੋਂ 13 ਤਰੀਕ ਨੂੰ ਰਾਤ ਨੂੰ 6:30 ਤੋਂ 9 ਵਜੇ ਤੱਕ ਨਨਕਾਣਾ ਸਾਹਿਬ ਦੇ ਸਾਕੇ ਨੂੰ ਮੁੱਖ ਰੱਖਦਿਆਂ ਦੀਵਾਨ ਸਜ ਰਹੇ ਨੇ। ਸਜੇ ਹੋਏ ਦੀਵਾਨਾਂ ਵਿੱਚ ਬਾਬਾ ਬੰਤਾ ਸਿੰਘ ਜੀ ਕਥਾਵਾਚਕ ਹਾਜ਼ਰੀਆਂ ਭਰਨਗੇ, ਭਾਈ ਗੁਰਕੀਰਤ ਸਿੰਘ ਜੀ ਕੀਰਤਨ ਦੀ ਹਾਜ਼ਰੀ ਭਰਨਗੇ ਦਰਬਾਰ ਸਾਹਿਬ ਵਾਲੇ। ਔਰ ਸੰਗਤਾਂ ਨੂੰ ਇੱਥੋਂ ਲਿਜਾਣ ਵਾਸਤੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤੇ। ਜਿਹੜੇ ਮਾਈ ਭਾਈ ਜਾਣਾ ਚਾਹੁੰਦੇ ਨੇ ਪਰਸੋਂ ਸ਼ਾਮ ਨੂੰ 5 ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਬੱਸਾਂ ਚੱਲਣਗੀਆਂ। ਉਹ ਨਾਲੇ ਬਾਬਾ ਅਜਾਪਾਲ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰੋ। ਉੱਥੇ ਉਹਨਾਂ ਦੇ ਨਗਾਰੇ ਨੇ, ਪੁਰਾਤਨ ਸ਼ਸਤਰ ਨੇ ਔਰ ਉਹ ਪੁਰਾਤਨ ਸਾਜੋ ਸਮਾਨ ਉੱਥੇ ਉਸੇ ਤਰ੍ਹਾਂ ਹੀ ਸ਼ੋਭਨੀਕ ਹੈ। ਜਿਹੜੇ ਮਾਈ ਭਾਈ ਦਰਸ਼ਨ ਕਰਨਾ ਚਾਹੁੰਦੇ ਆ, ਨਨਕਾਣਾ ਸਾਹਿਬ ਦੇ ਸਾਕੇ ਦੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਭੇਟ ਕਰਨਾ ਚਾਹੁੰਦੇ ਆ, ਉਹ ਪਰਸੋਂ ਸ਼ਾਮ ਨੂੰ ਬੱਸਾਂ ਰਾਹੀਂ ਨਾਭੇ ਗੁਰਦੁਆਰਾ ਘੋੜਿਆਂ ਵਾਲਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਅਸਥਾਨ ਦੀ ਯਾਤਰਾ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।